ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨ ਜਾਣਿਆ, ਸਰਖਾਰਾ ਅਸਗਾਓ। ਅਤ ਸਿਆਣੀ ਸੋਹਣੀ, ਕਿਉਂਕਿ ਧੋਵੇ ਸਾਹੋ। ਕੀਤੇ ਕਾਰਣ ਪਾਕੜੀ, ਕਾਲ ਨ ਟਲੈ ਸਿਰਾਹੋ। ਮਛਲੀ ਜਾਲ ਨ ਜਾਣਿਆ, ਸਰਖਾਰਾ ਅਸਗਾਹੋ। ਅਤ ਸਿਆਣੀ ਸੋਹਣੀ, ਕਿਉਂਕਿ ਧੋਵੇ ਸਾਹੋ। ਕੀਤੇ ਕਾਰਣ ਪਾਕੜੀ, ਕਾਲ ਨ ਟਲੈ ਸਿਰਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬਨ ਵਾਜ ਸਤਿਗੁਰੂ ਜੀਓ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਹ ਜਿਹੜਾ ਕਾਲ ਹੈ ਇਹ ਕਿਸ ਤਰ੍ਹਾਂ ਇਹਨਾਂ ਜੀਵਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਜੋ ਸਿਧਾਂਤਕ ਪੰਕਤੀਆਂ ਹਨ, ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਭਾਈ ਰੇ ਇਉਂ ਸਿਰ ਜਾਣਹੁ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੈ ਅਚਿੰਤਾ ਜਾਲ। ਰਹਾਉ। ਇਹਨਾਂ ਅਸਥਾਈ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਇਸ ਜੀਵ ਦੇ ਸਿਰ ਉੱਤੇ ਇਸ ਤਰ੍ਹਾਂ ਕਾਲ ਹਾਵੀ ਹੋ ਰਿਹਾ ਹੈ, ਇਸ ਗੱਲ ਨੂੰ ਜਾਣ ਲਓ। ਕਿਵੇਂ? ਜਿਉਂ ਮੱਛੀ ਤਿਉਂ ਮਾਨਸਾ, ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਹਾਵੀ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਉੱਤੇ ਵੀ ਕਾਲ ਰੂਪ ਸ਼ਿਕਾਰੀ ਦਾ ਜਾਲ ਪਾਇਆ ਹੋਇਆ ਹੈ ਅਤੇ ਪਤਾ ਹੀ ਨਹੀਂ ਲੱਗਦਾ। ਪਵੈ ਅਚਿੰਤਾ ਜਾਲ, ਕਦੋਂ ਅਚਨਚੇਤ ਹੀ ਕਾਲ ਦਾ ਜਾਲ ਪੈ ਜਾਂਦਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਇਸ ਮੌਤ ਦੇ ਬਾਰੇ ਮਨੁੱਖ ਨੂੰ ਇੰਨਾ ਹੀ ਅਗਿਆਤ ਰੱਖਿਆ ਹੋਇਆ ਹੈ। ਕਿਸੇ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ
मैं कदों मरना है, किथे मरना है, किवें मरना है। क्या जाना कि मरांगे, कैसा मरना होए, ਇਹਦੇ ਬਾਰੇ ਸਾਨੂੰ ਬਿਲਕੁਲ ਇਲਮ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਸਤਲੁਜ ਦੇ ਕਿਨਾਰੇ ਤੇ ਪਹਾੜੀ ਤੇ ਬੈਠ ਕੇ ਕੁਦਰਤ ਦੇ ਰੰਗ ਵੇਖ ਰਹੇ ਸਨ। ਇੱਕ ਪਾਸੇ ਪਹਾੜ ਨੇ ਕੋਲ ਦੀ ਸਤਲੁਜ ਦਰਿਆ ਲੰਘ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਰ ਦੂਰ ਕੁਦਰਤ ਦੇ ਨਜ਼ਾਰੇ ਤੱਕ ਰਹੇ ਸਨ। ਕੀ ਵੇਖਿਆ? ਇੱਕ ਦਿਨ ਬਾਰਾਂਸਿੰਗਾ ਦਰਿਆ ਵਿੱਚੋਂ ਪਾਣੀ ਪੀਣ ਵਾਸਤੇ ਆਇਆ ਹੈ। ਜਦੋਂ ਉਹ ਬਾਰਾਂਸਿੰਗਾ ਪਾਣੀ ਪੀਣ ਵਾਸਤੇ ਦਰਿਆ ਦੇ ਕੰਢੇ ਤੇ ਪਹੁੰਚਿਆ ਤੇ ਉਸ ਦੇ ਮਗਰ ਇੱਕ ਸ਼ਿਕਾਰੀ ਵੀ ਲੱਗਿਆ ਹੋਇਆ ਸੀ। ਉਸ ਨੇ ਚੰਗਾ ਮੌਕਾ ਪਛਾਣ ਕੇ ਉਸ ਵੱਲ ਤੀਰ ਸਿੰਨ ਲਿਆ। ਜਦੋਂ ਹਰਨ ਨੇ ਪਾਣੀ ਦੇ ਵਿੱਚ ਮੂੰਹ ਪਾਇਆ, ਉਹਦੀ ਅੱਖ ਚਮਕੀ। ਉੱਥੇ ਨੇੜੇ ਪਾਣੀ ਵਿੱਚ ਮੱਛੀ ਸੀ। ਉਹ ਮੱਛੀ ਇੱਕਦਮ ਭੁੜਕ ਕੇ ਬਾਹਰ ਆਈ ਤੇ ਬਾਰਾਂਸਿੰਗੇ ਦੇ ਸਿੰਗਾਂ ਵਿੱਚ ਫਸ ਗਈ। ਉਧਰੋਂ ਇੱਕ ਇੱਲ ਸੀ। ਇੱਲ ਦੀ ਨਿਗਾਹ ਬੜੀ ਤੇਜ਼ ਹੁੰਦੀ ਹੈ। ਉਸ ਨੇ ਦੇਖਿਆ ਬਾਰਾਂਸਿੰਗੇ ਦੇ ਸਿੰਗਾਂ ਵਿੱਚ ਮੱਛੀ ਤੜਫ ਰਹੀ ਹੈ। ਉਸ ਨੇ ਉਤੋਂ ਆਕਾਸ਼ ਦੇ ਵਿੱਚੋਂ ਝਪਟ ਮਾਰੀ। ਜਦੋਂ ਇੱਕਦਮ ਬਾਰਾਂਸਿੰਗੇ ਦੇ ਉੱਪਰ ਆ ਕੇ ਡਿੱਗੀ ਔਰ ਉਹਦੇ ਵਿੱਚ ਪੇਟ ਵਿੱਚ ਵੀ ਬਾਰਾਂਸਿੰਗੇ ਦੇ ਤਿੱਖੇ ਸਿੰਗ ਖੁੱਭ ਗਏ। ਉਹ ਮੱਛੀ ਵੀ ਤੇ ਬਾਰਾਂਸਿੰਗਾ ਵੀ ਤੇ ਇੱਲ ਵੀ, ਇਹ ਸਾਰੇ ਹੀ ਇੱਕੋ ਵਾਰੀ ਚਲਾਣਾ ਕਰ ਗਏ। ਕਿਉਂਕਿ ਸ਼ਿਕਾਰੀ ਨੇ ਹਰਨ ਦੇ ਤੀਰ ਮਾਰਿਆ, ਉਹਦੇ ਨਾਲ ਹਰਨ ਚੜ੍ਹਾਈ ਕਰ ਗਿਆ। ਜਿਹੜੀ ਮੱਛੀ ਭੁੜ ਕੇ ਬਾਰਾਂਸਿੰਗੇ ਦੇ ਸਿੰਗਾਂ ਵਿੱਚ ਫਸੀ ਸੀ, ਉਹ ਵੀ ਪਾਣੀ ਤੋਂ ਬਿਨਾਂ ਕੁਛ ਦੇਰ ਤੜਫ ਕੇ ਮਰ ਗਈ। ਤੇ ਜਿਹੜੀ ਇੱਲ ਆਕਾਸ਼ ਦੇ ਵਿੱਚੋਂ ਆਈ ਮੱਛੀ ਦਾ ਲਾਲਚ ਕਰਕੇ, ਉਹ ਵੀ ਉੱਥੇ ਹੀ ਰਹਿ ਗਈ। ਇਸ ਢੰਗ ਦੇ ਨਾਲ 3 ਮੌਤਾਂ ਵੇਖ ਕੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਆਖੇ ਸਨ, ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब काल ही चबाहेंगे। ये ऐसी ही काल दी रचना है। सारे जीव जंत उस काल ने ही तो बनाए ने। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सकल काल का किया तमाशा। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਹੇ ਭਾਈ, ਇਸੇ ਤਰ੍ਹਾਂ ਇਸ ਜੀਵ ਦੇ ਸਿਰ ਉੱਤੇ ਕਾਲ ਹਾਵੀ ਹੈ, ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਹਾਵੀ ਹੁੰਦਾ ਹੈ। ਇਸ ਮਨੁੱਖ ਨੂੰ ਪਤਾ ਨਹੀਂ ਲੱਗਦਾ, ਪਵੇ ਅਚਿੰਤਾ ਜਾਲ, ਕਦੋਂ ਅਚਾਨਕ ਮੌਤ ਦਾ ਜਾਲ ਇਹਦੇ ਉੱਤੇ ਆ ਕੇ ਪੈ ਜਾਂਦਾ ਹੈ। ਮੱਛੀ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਦੋਂ ਸ਼ਿਕਾਰੀ ਦਾ ਜਾਲ ਪੈ ਜਾਂਦਾ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਉਹ ਜਾਲ ਦੇ ਵਿੱਚ ਫਸ ਜਾਂਦੀ ਹੈ। ਇਹ ਹੈ ਇਸ ਸ਼ਬਦ ਦਾ ਕੇਂਦਰੀ ਸਿਧਾਂਤ। ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 3 ਉਦਾਹਰਨਾਂ ਦੇ ਕੇ ਉਸ ਕਾਲ ਦੇ ਪ੍ਰਭਾਵ ਨੂੰ ਦਿਖਾਉਣ ਲੱਗੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਮੱਛੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਮਛਲੀ ਜਾਲ ਨ ਜਾਣਿਆ, ਸਰ ਖਾਰਾ ਅਸਗਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੋਈ ਮੱਛੀ ਸੀ ਜਿਹੜੀ ਸਮੁੰਦਰ ਦੇ ਖਾਰੇ ਪਾਣੀ ਵਿੱਚ ਰਹਿ ਰਹੀ ਸੀ, ਔਰ ਉਸ ਮੱਛੀ ਨੂੰ ਸਮੁੰਦਰ ਦੇ ਡੂੰਘੇ ਪਾਣੀ ਦੇ ਵਿੱਚ ਰਹਿਣ ਕਰਕੇ ਉਸ ਨੂੰ ਮਰਨ ਦਾ ਡਰ ਵੀ ਭੁੱਲਿਆ ਹੋਇਆ ਸੀ। ਕਿਉਂਕਿ ਜਿਹੜੀਆਂ ਆਮ ਮੱਛੀਆਂ ਛੱਪੜਾਂ ਦੇ ਵਿੱਚ ਅਤੇ ਹੋਰ ਛੋਟੀਆਂ ਨਹਿਰਾਂ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਤੇ ਕੁੰਡੀ ਪਾ ਕੇ ਸ਼ਿਕਾਰੀ ਆਮ ਹੀ ਪਕੜ ਲੈਂਦੇ ਹਨ। ਪਰ ਜਿਹੜੀ ਸਮੁੰਦਰ ਦੀ ਮੱਛੀ ਹੁੰਦੀ ਹੈ, ਉਸ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਹੈ। ਪਰ ਜਿਹੜੇ ਸ਼ਿਕਾਰੀ ਨੇ ਉਹ ਸਮੁੰਦਰ ਦੇ ਵਿੱਚ ਵੀ ਜਾ ਕੇ ਜਾਲ ਸੁੱਟ ਦਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ, ਇਹ ਜਿਹੜਾ ਜੀਵ ਹੈ ਮੱਛੀ ਵਾਂਗ ਹੈ। ਇਹ ਖਾਰਾ ਸਮੁੰਦਰ ਸੰਸਾਰ ਹੈ, ਇਹਦੇ ਵਿੱਚ ਵਿਸ਼ਿਆਂ ਦੀ ਗਰਲਤਾ ਹੈ ਤੇ ਬਹੁਤ ਡੂੰਘਾ ਸਮੁੰਦਰ ਹੈ। ਇਸ ਸੰਸਾਰ ਰੂਪੀ ਖਾਰੇ ਤੇ ਡੂੰਘੇ ਸਮੁੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਮਛਲੀ ਜਾਲ ਨਾ ਜਾਣਿਆ। ਇਸ ਮੱਛੀ ਨੇ ਇਸ ਗੱਲ ਨੂੰ ਨਹੀਂ ਜਾਣਿਆ ਕਿ ਮੇਰੇ ਤੇ ਵੀ ਕਾਲ ਰੂਪ ਸ਼ਿਕਾਰੀ ਦਾ ਜਾਲ ਪੈ ਸਕਦਾ ਹੈ। ਹਰ ਜੀਵ ਇਸ ਸੰਸਾਰ ਦੇ ਵਿੱਚ ਆ ਕੇ ਉਸ ਮੌਤ ਤੋਂ ਬੇਪਰਵਾਹ ਹੋ ਕੇ ਵਿਚਰਦਾ ਹੈ। ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਮੱਛੀ ਦੇ ਬਾਰੇ ਕਹਿੰਦੇ ਨੇ, ਮੱਛੀ ਸਿਆਣੀ ਵੀ ਬਹੁਤ ਹੁੰਦੀ ਹੈ ਤੇ ਸੋਹਣੀ ਵੀ ਬਹੁਤ ਹੁੰਦੀ ਹੈ। ਆ ਤੁਸੀਂ ਕਈ ਵਾਰੀ ਮੱਛੀ ਘਰ ਦੇ ਵਿੱਚ ਜਾ ਕੇ ਦੇਖਿਆ ਹੋਣਾ, ਬਹੁਤ ਸੋਹਣੇ ਸੋਹਣੇ ਰੰਗਾਂ ਦੀਆਂ ਮੱਛੀਆਂ ਤੁਸੀਂ ਵੇਖੀਆਂ ਹੋਣਗੀਆਂ, ਬੜੀਆਂ ਸਿਆਣੀਆਂ ਤੇ ਬੜੀਆਂ ਸੋਹਣੀਆਂ ਵੀ ਹੁੰਦੀਆਂ ਨੇ। ਪਰ ਹਜ਼ੂਰ ਕਹਿੰਦੇ ਮੱਛੀ ਨੂੰ, ਬਈ ਤੂੰ ਸਿਆਣੀ ਵੀ ਬੜੀ ਸੀ ਤੇ ਸੋਹਣੀ ਵੀ ਬੜੀ ਸੀ, ਤੇਰੀ ਸੂਰਤ ਵੀ ਬੜੀ ਸੁੰਦਰ ਸੀ ਤੇ ਤੇਰੀ ਸੀਰਤ ਵੀ ਬੜੀ ਅੱਛੀ ਸੀ। ਕਿਉਂ ਕੀਤੋ ਵੇ ਸਾਹੋ, ਪਰ ਤੂੰ ਸ਼ਿਕਾਰੀ ਦੇ ਜਾਲ ਤੇ ਵਸਾ ਕਿਉਂ ਕੀਤਾ? ਤੂੰ ਸ਼ਿਕਾਰੀ ਦੇ ਜਾਲ ਵਿੱਚ ਕਿਉਂ ਫਸ ਗਈ? ਕਿਉਂ ਤੂੰ ਝੂਠਾ ਵਿਸ਼ਵਾਸ ਕਰ ਬੈਠੀ? ਇਸੇ ਤਰ੍ਹਾਂ ਜੀਵ ਨੂੰ ਸਮਝਾਉਂਦੇ ਹਨ ਕਿ ਇਹ ਜਿੰਦ, ਇਹ ਜੀਵ ਅਤ ਸਿਆਣੀ ਸੋਹਣੀ, ਤੂੰ ਬੜੀ ਸਿਆਣੀ ਵੀ ਸੀ। ਜੀਵ ਰੂਪ ਇਸਤਰੀ ਬੜੀ ਸਿਆਣੀ ਹੈ। ਕਿਸੇ ਵੀ ਮਨੁੱਖ ਨੂੰ ਪੁੱਛ ਕੇ ਦੇਖੋ, ਘਾਟ ਨਾ ਕਿੰਨੀ ਕਹਾਇਆ, ਉਹ ਕਹਿੰਦਾ ਮੈਂ ਹੀ ਸਭ ਤੋਂ ਵੱਧ ਸਿਆਣਾ, ਮੇਰੇ ਨਾਲੋਂ ਵੱਧ ਹੋਰ ਕੋਈ ਸਿਆਣਾ ਨਹੀਂ ਹੋ ਸਕਦਾ। ਪਰ ਸਤਿਗੁਰੂ ਦੀ ਬਾਣੀ ਇਹ ਕਹਿੰਦੀ ਹੈ, ਸੋਈ ਆਜਾਨ ਕਹੇ ਮੈਂ ਜਾਨਾ, ਜਾਨਨ ਹਾਰ ਨਾ ਸ਼ਾਨਾ ਰੇ। ਜਿਹੜਾ ਬੰਦਾ ਇਹ ਕਹਿੰਦਾ ਨਾ ਮੈਂ ਤੇ ਸਭ ਕੁਝ ਜਾਣ ਲਿਆ, ਉਹੀ ਅਣਜਾਣ ਹੈ, ਉਹੀ ਅਗਿਆਨੀ ਹੈ, ਉਹੀ ਨਾ ਸਮਝ ਹੈ। ਜਿਸਨੇ ਜਾਣ ਲਿਆ ਹੈ ਉਹ ਲੋਕਾਂ ਨੂੰ ਭਾਵੇਂ ਕੁਝ ਵੀ ਨਾ ਦੱਸੇ, ਪਰ ਲੋਕਾਂ ਨੂੰ ਉਸ ਦੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਜਾਣਨ ਵਾਲਾ ਕਦੇ ਛਪ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਇਹ ਜੀਵ ਰੂਪ ਇਸਤਰੀ ਬੜੀ ਸਿਆਣੀ ਸੀ, ਮੱਛੀ ਵਾਂਗ ਸੋਹਣੀ ਵੀ ਬੜੀ ਸੀ। ਪਰ ਨਾਲ ਹੀ ਸਤਿਗੁਰੂ ਤਰਸ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਕਿਉਂ ਕੀਤੋ ਵੇ ਸਾਹੋ, ਬਈ ਤੂੰ ਉਸ ਕਾਲ ਰੂਪ ਸ਼ਿਕਾਰੀ ਦੇ ਜਾਲ ਤੇ ਕਿਉਂ ਵਸਾ ਕੀਤਾ? ਕਿਉਂ ਤੂੰ ਉਸ ਸ਼ਿਕਾਰੀ ਦੇ ਚੋਗ ਦੇ ਵਿੱਚ ਫਸ ਗਈ? ਕਿਉਂ ਤੂੰ ਉਸ ਦੇ ਜਾਲ ਦੇ ਵਿੱਚ ਫਸ ਗਈ? ਇਹ ਤੇਰਾ ਝੂਠਾ ਵਿਸ਼ਵਾਸ ਹੀ ਮੌਤ ਦਾ ਕਾਰਨ ਬਣਿਆ। ਕੀਤੇ ਕਾਰਣ ਪਾਕੜੀ ਕਾਲ ਨ ਟਲੈ ਸਿਰਾਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਰੂਪ ਮੱਛੀ ਤੂੰ ਆਪਣੇ ਕੀਤੇ ਹੀ ਕਰਮਾਂ ਦੇ ਅਨੁਸਾਰ, ਪਾਕੜੀ ਦਾ ਅਰਥ ਹੈ ਪਕੜੀ ਗਈ ਹੈ, ਕਾਲ ਰੂਪ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ ਹੈ। ਕਾਲ ਨਾ ਟਲੈ ਸਿਰਾਹੋ, ਹੁਣ ਤੇਰੇ ਸਿਰ ਤੋਂ ਕਾਲ ਕਦੀ ਵੀ ਨਹੀਂ ਟਲ ਸਕਦਾ। ਇਹ ਮਨੁੱਖ ਇਹੋ ਜਿਹੀਆਂ ਸਕੀਮਾਂ ਘੜਦਾ ਰਹਿੰਦਾ ਹੈ, ਮੱਕੜੀ ਵਾਂਗੂ ਜਾਲ ਤਣਦਾ ਰਹਿੰਦਾ ਹੈ, ਆਖਰ ਆਪ ਵੀ ਉਸੇ ਜਾਲ ਦੇ ਵਿੱਚ ਹੀ ਫਸ ਜਾਂਦਾ ਹੈ। ਭਾਈ ਰੇ ਇਉ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ
ਪਵੈ ਅਚਿੰਤਾ ਜਾਲ ਰਹਾਉ। ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਹਰ ਮਨੁੱਖ ਨੂੰ ਬੜੇ ਪਿਆਰ ਦੇ ਨਾਲ ਸੰਬੋਧਨ ਕੀਤਾ ਹੈ। ਭਾਈ ਰੇ, ਹੇ ਭਾਈ, ਇਉਂ ਸਿਰ ਜਾਣੋ ਕਾਲ। ਹਰ ਜੀਵ ਦੇ ਸਿਰ ਉੱਤੇ ਇਉਂ ਕਾਲ ਵਾਪਰਦਾ ਹੈ। ਇਸ ਗੱਲ ਨੂੰ ਜਾਣੋ, ਜਿਉਂ ਮੱਛੀ ਤਿਉਂ ਮਾਨਸਾ। ਜਿਵੇਂ ਮੱਛੀ ਉੱਤੇ ਸ਼ਿਕਾਰੀ ਦਾ ਜਾਲ ਪੈਂਦਾ ਹੈ ਤੇ ਉਸ ਨੂੰ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਮਨੁੱਖ ਤੇ ਜਦੋਂ ਕਾਲ ਦਾ ਜਾਲ ਪੈਂਦਾ ਹੈ, ਪਵੈ ਅਚਿੰਤਾ ਜਾਲ, ਅਚਨਚੇਤ ਹੀ ਪੈਂਦਾ ਹੈ ਤੇ ਇਸ ਨੂੰ ਵੀ ਪਤਾ ਨਹੀਂ ਲੱਗਦਾ। ਤੇ ਉਦੋਂ ਹੀ ਪਤਾ ਲੱਗਦਾ ਹੈ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ। ਜਦੋਂ ਭਾਣਾ ਵਰਤ ਜਾਂਦਾ ਹੈ, ਕੋਈ ਐਕਸੀਡੈਂਟ ਹੋ ਜਾਂਦਾ ਹੈ, ਕੋਈ ਅਟੈਕ ਹੋ ਜਾਂਦਾ ਹੈ, ਉਸ ਵੇਲੇ ਪਤਾ ਲੱਗਦਾ ਵੀ ਫਲਾਨਾ ਤੇ ਚੜ੍ਹਾਈ ਕਰ ਗਿਆ ਹੈ। ਹੁਣ ਰਹਾਉ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸਤਿਗੁਰੂ ਕਹਿੰਦੇ ਨੇ, ਭਾਈ ਸਾਰਾ ਸੰਸਾਰ ਹੀ ਕਾਲ ਦਾ ਬੰਨਿਆ ਹੋਇਆ ਹੈ। ਸਤਿਗੁਰੂ ਦੇ ਬਚਨ ਨੇ, ਬਿਨ ਹਰ ਨਾਮ ਨਾ ਬਾਚਨ ਪਹਿ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕਹਿ, ਜਾਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭੈ ਹੈ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਿ ਸਾਰਾ ਸੰਸਾਰ ਹੀ ਕਾਲ ਦਾ ਬੰਨਿਆ ਹੋਇਆ ਹੈ। ਬਿਨ ਗੁਰ ਕਾਲ ਅਫਾਰ। ਹਜ਼ੂਰ ਕਹਿੰਦੇ ਬਿਨਾਂ ਗੁਰੂ ਤੋਂ ਇਹ ਕਾਲ ਅਫਾਰ ਦਾ ਅਰਥ ਹੈ ਬਹੁਤ ਆਫਰ ਕੇ, ਬੜੇ ਹੰਕਾਰ ਦੇ ਵਿੱਚ ਇਸ ਜੀਵ ਨੂੰ ਪਕੜਦਾ ਹੈ। ਸੱਚ ਰਤੇ ਸੇ ਉਬਰੇ ਦੁਬਿਧਾ ਛੋੜ ਵਿਕਾਰ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ ਵਿੱਚ ਆ ਕੇ ਸੱਚ ਰਤੇ, ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਸੇ ਉਬਰੇ, ਉਹ ਕਾਲ ਦੇ ਜਾਲ ਤੋਂ ਬਚ ਗਏ। ਕਿਵੇਂ? ਦੁਬਿਧਾ ਛੋੜ ਵਿਕਾਰ। ਉਹਨਾਂ ਨੇ ਦੁਬਿਧਾ ਨੂੰ ਤੇ ਜਿਹੜੇ ਕਾਮ ਆਦਿਕ ਵਿਕਾਰ ਸਨ, ਇਹਨਾਂ ਨੂੰ ਛੱਡ ਦਿੱਤਾ। ਇਸੇ ਕਰਕੇ ਉਹ ਭਾਈ ਕਾਲ ਤੋਂ ਬਚ ਗਏ। ਤਿਨ ਕੈ ਬਲਿਹਾਰਿਣ ਦਰ ਸੱਚੈ ਸਚਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣੇ ਹਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਜਿਹੜੇ ਦੁਬਿਧਾ ਤੇ ਵਿਕਾਰਾਂ ਨੂੰ ਛੱਡ ਕੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ। ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ। ਦਰ ਸੱਚਾ ਸਚਿਆਰ, ਉਹ ਭਾਈ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ, ਸੱਚਖੰਡ ਦਰਬਾਰ ਦੇ ਵਿੱਚ ਵੀ ਸਚਿਆਰ ਹੁੰਦੇ ਹਨ। ਸੀ ਚਾਨੇ ਜਿਉ ਪੰਖੀਆ ਜਾਲੀ ਬੱਧਕ ਹਾਥ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕਿਸੇ ਜਗਿਆਸੂ ਨੇ ਸਵਾਲ ਕੀਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਠੀਕ ਹੈ, ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਰਹਿਣ ਵਾਲੀਆਂ ਜੀਵਰੂ ਮੱਛੀਆਂ ਨੂੰ ਕਾਲ ਸ਼ਿਕਾਰੀ ਹੋ ਕੇ ਪਕੜਦਾ ਹੈ, ਤੇ ਪਰ ਮਹਾਰਾਜ ਕੁਝ ਐਸੇ ਵੀ ਜੀਵ ਨੇ ਜਿਹੜੇ ਸਮੁੰਦਰ ਵਿੱਚ ਨਹੀਂ ਰਹਿੰਦੇ, ਧਰਤੀ ਤੇ ਖੁਸ਼ਕੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕਾਲ ਕਿਵੇਂ ਆ ਕੇ ਪਕੜਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਸੀ ਚਾਨੇ ਜਿਉਂ ਪੰਖੀਆ ਜਾਲੀ ਬੱਧਕ ਹਾਥ। ਇੱਕ ਸ਼ਿਕਾਰੀ ਉਹ ਹੁੰਦਾ ਹੈ ਜਿਹੜਾ ਮੱਛੀਆਂ ਨੂੰ ਪਕੜਦਾ ਹੈ, ਤੇ ਦੂਸਰਾ ਸ਼ਿਕਾਰੀ ਉਹ ਹੁੰਦਾ ਹੈ ਜਾਲੀ ਬੱਧਕ ਹਾਥ। ਬੱਧਕ ਕਹਿੰਦੇ ਨੇ ਸ਼ਿਕਾਰੀ ਨੂੰ, ਜਿਹੜਾ ਜਾਲ ਲਾ ਕੇ ਬਾਹਰ ਹੋਰ ਜੰਗਲੀ ਜਾਨਵਰਾਂ ਨੂੰ ਫਸਾਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਮੁੰਦਰੀ ਜੀਵ ਨੇ ਉਹਨਾਂ ਨੂੰ ਕਾਲ ਸ਼ਿਕਾਰੀ ਬਣ ਕੇ ਆਪਣੇ ਜਿੱਥੇ ਮੌਤ ਦੇ ਜਾਲ ਵਿੱਚ ਫਸਾਉਂਦਾ ਹੈ, ਉੱਥੇ ਜਿਹੜੇ ਬਾਹਰ ਧਰਤੀ ਤੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਰਹਿਣ ਵਾਲੇ ਜੀਵ ਜੰਤ ਨੇ, ਤੇ ਉਹਨਾਂ ਨੂੰ ਵੀ ਉਹ ਛੱਡਦਾ ਨਹੀਂ। ਜਾਲੀ ਬੱਧਕ ਹਾਥ, ਉਹ ਕਾਲ ਰੂਪ ਸ਼ਿਕਾਰੀ ਮੌਤ ਦੀ ਜਾਲੀ ਲੈ ਕੇ ਹੱਥ ਵਿੱਚ ਉਹਨਾਂ ਦੇ ਪਿੱਛੇ ਵੀ ਫਿਰ ਰਿਹਾ ਹੈ। ਜਿਵੇਂ ਆਮ ਜਿਹੜੇ ਸ਼ਿਕਾਰੀ ਨੇ ਉਹ ਜਾਲੀ ਲਾ ਕੇ ਜੰਗਲ ਦੇ ਜਾਨਵਰਾਂ ਨੂੰ ਫਸਾ ਲੈਂਦੇ ਨੇ, ਇਸੇ ਤਰ੍ਹਾਂ ਇਹ ਕਾਲ ਰੂਪ ਸ਼ਿਕਾਰੀ ਜਾਲੀ ਲੈ ਕੇ ਜਿਹੜੇ ਬਾਹਰ ਜੰਗਲਾਂ ਤੇ ਪਹਾੜਾਂ ਵਿੱਚ ਵੀ ਜੀਵ ਵਿਚਰਦੇ ਨੇ, ਉਹਨਾਂ ਨੂੰ ਵੀ
ਆਪਣੇ ਹੱਥ ਵਿੱਚ ਜਾਲੀ ਲੈ ਕੇ ਫਸਾਈ ਜਾ ਰਿਹਾ ਹੈ। ਤੇ ਤੀਸਰੇ ਨੰਬਰ ਤੇ ਸਤਿਗੁਰੂ ਦਾ ਧਿਆਨ ਜਿਹੜੇ ਆਕਾਸ਼ ਦੇ ਵਿੱਚ ਉਡੇ ਜਾਂਦੇ ਪੰਛੀਆਂ ਵੱਲ ਜਾਂਦਾ ਹੈ। ਉਹਨਾਂ ਨੂੰ ਕਾਲ ਕਿਵੇਂ ਆ ਕੇ ਘੇਰਦਾ ਹੈ? ਤਾਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਸੀ ਚਾਨੇ ਜਿਉਂ ਪੰਖੀਆ। ਸੀ ਚਾਨੇ ਦਾ ਅਰਥ ਹੈ ਬਾਜ। ਬਾਜ ਇੱਕ ਸ਼ਿਕਾਰੀ ਪੰਛੀ ਹੈ। ਜਿਹੜਾ ਬਾਜ ਹੈ, ਜੇ ਕੋਈ ਆਕਾਸ਼ ਦੇ ਵਿੱਚ ਵੀ ਪੰਛੀ ਉਡਿਆ ਜਾਂਦਾ ਹੋਵੇ ਤੇ ਉਡੇ ਜਾਂਦੇ ਪੰਛੀ ਨੂੰ ਵੀ ਜਾ ਕੇ ਝਪਟ ਲੈਂਦਾ, ਉਹਨੂੰ ਵੀ ਮਾਰ ਦਿੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖ ਲਓ ਕਿਵੇਂ ਇਹ ਕਾਲ ਦਾ ਨਕਸ਼ਾ ਖਿੱਚਿਆ ਵੀ ਸਮੁੰਦਰੀ ਜੀਵਾਂ ਨੂੰ ਮਾਰਨ ਦੇ ਵਾਸਤੇ ਸ਼ਿਕਾਰੀ ਦੇ ਜਾਲ ਵਾਂਗੂ ਕਾਲ ਹਾਵੀ ਹੈ। ਜਿਹੜੇ ਜੰਗਲਾਂ ਤੇ ਪਹਾੜਾਂ ਵਿੱਚ ਜੀਵ ਰਹਿੰਦੇ ਨੇ ਤੇ ਉਹਨਾਂ ਨੂੰ ਦੂਸਰੇ ਸ਼ਿਕਾਰੀ ਵਾਂਗੂ ਹੱਥ ਵਿੱਚ ਜਾਲੀ ਲੈ ਕੇ ਕਾਲ ਪਕੜਦਾ ਹੈ। ਤੇ ਜਿਹੜੇ ਆਕਾਸ਼ ਦੇ ਵਿੱਚ ਉਡਣ ਵਾਲੇ ਪੰਛੀ ਨੇ ਉਹਨਾਂ ਨੂੰ ਬਾਜ ਵਾਂਗੂ ਆ ਕੇ ਝਪਟਦਾ ਹੈ। ਇਸ ਢੰਗ ਦੇ ਨਾਲ ਜਿਹੜਾ ਕਾਲ ਹੈ ਕਿਸੇ ਨੂੰ ਵੀ ਨਹੀਂ ਮਾਫ ਕਰਦਾ, ਸਾਰਿਆਂ ਨੂੰ ਹੀ ਇੱਕ ਬਰਾਬਰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਗੁਰ ਰਾਖੇ ਸੇ ਉਬਰੈ ਹੋਰ ਫਾਥੇ ਚੋਗੈ ਸਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਹੈ ਉਹ ਜੀਵਰੂ ਪੰਛੀ ਬਚ ਗਏ ਨੇ। ਹੋਰ ਫਾਥੇ ਚੋਗੈ ਸਾਥ, ਹੋਰ ਜਿੰਨੇ ਵੀ ਭਾਈ ਪੰਛੀ ਸਨ ਉਹ ਵਿਸ਼ਿਆਂ ਦੇ ਚੋਗ ਦੇ ਨਾਲ ਸਾਰੇ ਫਸ ਗਏ। ਇਸ ਕਾਲ ਰੂਪੀ ਸ਼ਿਕਾਰੀ ਨੇ ਆ ਵਿਸ਼ਿਆਂ ਦਾ ਚੋਗ ਵੀ ਪਾਇਆ ਹੋਇਆ। ਜਾਲ ਬਿਸਥਾਰ ਚੋਗ ਬਿਸਥਾਰੀ, ਪੰਖੀ ਜਿਉਂ ਫਾ ਹਾਵਤ ਹੈ। ਜਦੋਂ ਸ਼ਿਕਾਰੀ ਜਾਲ ਪਾਉਂਦਾ ਤੇ ਨਾਲ ਚੋਗ ਵੀ ਖਿਲਾਰ ਦਿੰਦਾ। ਇਸੇ ਤਰ੍ਹਾਂ ਕਾਲ ਰੂਪ ਸ਼ਿਕਾਰੀ ਨੇ ਆ ਵਿਸ਼ਿਆਂ ਦਾ ਪਦਾਰਥਾਂ ਦਾ ਚੋਗਾ ਖਿਲਾਰਿਆ ਹੋਇਆ। ਜਦੋਂ ਜੀਵਰੂ ਪੰਛੀ ਇਸ ਵਿਸ਼ਿਆਂ ਦੇ ਚੋਗ ਨੂੰ ਚੁਗਣਾ ਸ਼ੁਰੂ ਕਰ ਦਿੰਦਾ ਹੈ ਉਸ ਵੇਲੇ ਸ਼ਿਕਾਰੀ ਦੇ ਜਾਲ ਨੂੰ ਭੁੱਲ ਜਾਂਦਾ। ਉਸੇ ਵੇਲੇ ਪਤਾ ਲੱਗਦਾ ਜਦੋਂ ਉਹ ਚੋਗ ਚੁਗਦੇ ਹੋਏ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੇ ਹਨ। ਬਿਨ ਨਾਵੇਂ ਚੁਣ ਸੁੱਟੀਐ ਕੋਇ ਨ ਸੰਗੀ ਸਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਮ ਤੋਂ ਬਿਨਾਂ ਜਿਤਨੇ ਵੀ ਮਨਮੁਖ ਜੀਵ ਨੇ ਉਹਨਾਂ ਨੂੰ ਚੁਣ ਕੇ ਖੋਟੇ ਸਿੱਕਿਆਂ ਵਾਂਗੂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕੋਈ ਨਾ ਸੰਗੀ ਸਾਥ, ਉਹਨਾਂ ਦੇ ਨਾਲ ਕੋਈ ਸੰਗੀ ਸਾਥੀ ਉਸ ਵੇਲੇ ਨਾਲ ਨਹੀਂ ਹੁੰਦਾ ਜਦੋਂ ਜੀਵ ਪਰਲੋਕ ਦੇ ਵਿੱਚ ਜਾਂਦੇ ਨੇ। ਜਿਨ੍ਹਾਂ ਦੇ ਵਿੱਚ ਸੱਚਾਈ ਹੁੰਦੀ ਹੈ ਉਹਨਾਂ ਨੂੰ ਤੇ ਵਾਹਿਗੁਰੂ ਪ੍ਰਵਾਨ ਕਰਦਾ ਹੈ ਤੇ ਜਿਨ੍ਹਾਂ ਦੇ ਅੰਦਰ ਭਾਈ ਖੋਟ ਹੁੰਦੀ ਹੈ ਉਹਨਾਂ ਨੂੰ ਚੁਣ ਕੇ ਬਾਹਰ ਸੁੱਟ ਦਿੰਦਾ ਹੈ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੱਚਾ ਆਖੀਦਾ ਹੈ। ਉਹ ਸੱਚੇ ਅਕਾਲ ਪੁਰਖ ਨੂੰ ਹੀ ਸੱਚਾ ਆਖੀਦਾ ਹੈ। ਸੱਚੇ ਸੱਚਾ ਥਾਨ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਟਿਕਾਣਾ ਵੀ ਸੱਚਾ ਹੈ ਜਿਸ ਨੂੰ ਸਤਿਗੁਰੂ ਨੇ ਸੱਚਖੰਡ ਦਾ ਨਾਮ ਦਿੱਤਾ ਹੈ। ਸੱਚਖੰਡ ਵਸੈ ਨਿਰੰਕਾਰ, ਔਰ ਉਸ ਵਾਹਿਗੁਰੂ ਦਾ ਅਸਥਾਨ ਸੱਚਖੰਡ ਵੀ ਸੱਚਾ ਹੈ। ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨੀ ਸੱਚਾ ਮੰਨਿਆ, ਜਿਨ੍ਹਾਂ ਨੇ ਸੱਚਾ ਨਾਮ ਮੰਨਿਆ ਹੈ, ਸੱਚੇ ਨਾਮ ਦੀ ਕਮਾਈ ਕੀਤੀ ਹੈ, ਤਿੰਨ ਮਨ ਸੱਚ ਧਿਆਨ, ਉਹਨਾਂ ਦੇ ਮਨ ਦੇ ਵਿੱਚ ਸੱਚ ਦਾ ਧਿਆਨ ਟਿਕ ਗਿਆ। ਜਿਨ੍ਹਾਂ ਨੇ ਸੱਚੇ ਨਾਮ ਦੀ ਕਮਾਈ ਕੀਤੀ ਉਹਨਾਂ ਦੇ ਮਨ ਦੇ ਵਿੱਚ ਸੱਚ ਸਰੂਪ ਵਾਹਿਗੁਰੂ ਦਾ ਧਿਆਨ ਟਿਕ ਗਿਆ। ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਿਨਾ ਗਿਆਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਹੋ ਗਿਆ ਹੈ, ਮਨ ਮੁਖ ਸੂਚੇ ਜਾਣੀਐ, ਉਹ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਸੂਚੇ ਜਾਣੀਐ। ਸੂਚੇ ਦਾ ਅਰਥ ਹੈ ਸੁੱਚੇ, ਉੱਚੇ ਸੁੱਚੇ ਪਵਿੱਤਰ ਜਾਣੇ ਜਾਂਦੇ ਹਨ। ਇੱਥੇ ਜਿਹੜਾ ਪਾਠ ਮਨ ਮੁਖ ਇਹ ਅੱਡ ਅੱਡ ਉਚਾਰਨ ਕਰਨਾ ਹੈ। ਕਈ ਵਾਰੀ ਇਹ ਮਨਮੁਖ ਪਾਠ ਇਕੱਠਾ ਵੀ ਆਉਂਦਾ ਹੈ